हेलो स्टूडेंट्स, वेलकम टू केमिस्ट्री है। आज बेटे ਆਪਾਂ ਕਲਾਸ +2 ਦਾ ਚੈਪਟਰ ਐਲਡੀਹਾਈਡਸ ਕੀਟੋਨਸ ਐਂਡ ਕਾਰਬੋਕਸਿਲਿਕ ਐਸਿਡ ਦੇ ਵਿੱਚੋਂ ਦੀ ਆਪਣਾ ਜਿਹੜਾ ਟੌਪਿਕ ਚੱਲ ਰਿਹਾ ਹੈ ਕੈਮੀਕਲ ਪ੍ਰੋਪਰਟੀਜ਼ ਆਫ ਐਲਡੀਹਾਈਡਸ ਐਂਡ ਕੀਟੋਨਸ ਉਹ ਅੱਗੇ ਕੰਟੀਨਿਊ ਕਰਨਾ ਹੈ। ਇਸ ਟੌਪਿਕ ਦੇ ਵਿੱਚ ਬੇਟੇ ਆਪਾਂ ਦੋ ਤਰ੍ਹਾਂ ਦੀਆਂ ਰਿਐਕਸ਼ਨਸ ਪਹਿਲਾਂ ਹੀ ਕਵਰ ਕਰ ਚੁੱਕੇ हैं। वन आर द न्यूक्लियोफिलिक एडिशन रिएक्शन और दूसरियां हैं न्यूक्लियोफिलिक एडिशन रिएक्शन फॉलोड बाय एलिमिनेशन ऑफ वाटर मॉलिक्यूल। सो आज ਆਪਾਂ ਕਰਨੀ ਹੈ ਬੇਟਾ ऑक्सीडेशन रिएक्शंस, then we will be doing reduction reactions and lastly aldehydes ketones ਦੀਆਂ miscellaneous reactions ਜਿਹੜੀਆਂ ਆਪਾਂ ਉਹ ਅੱਜ ਪੜਾਂਗੇ। ਸੋ ਇੱਕ ਚੀਜ਼ ਬੇਟੇ ਮੈਂ ਤੁਹਾਨੂੰ ਸਮਝਾਈ ਸੀ ਕਿ ਜਦੋਂ ਵੀ ਆਪਾਂ ਐਲਕੋਹਲ ਨੂੰ ਆਕਸੀਡਾਈਜ਼ ਕਰਾਂਗੇ ਤਾਂ ਆਪਣੇ ਕੋਲੇ ਐਲਡੀਹਾਈਡ ਕੀਟੋਨਸ ਬਣਨਗੇ ਤੇ ਜਦੋਂ ਐਲਡੀਹਾਈਡ ਕੀਟੋਨਸ ਨੂੰ ਆਪਾਂ ਫਰਦਰ ਆਕਸੀਡਾਈਜ਼ ਕਰਾਂਗੇ ਤਾਂ ਆਪਣੇ ਕੋਲੇ ਕਾਰਬੋਕਸਿਲਿਕ ਐਸਿਡਸ ਬਣਨਗੇ। ਔਰ ਇਸੇ ਤਰੀਕੇ ਨਾਲ ਜਦੋਂ ਕਾਰਬੋਕਸਿਲਿਕ ਐਸਿਡਸ ਨੂੰ ਆਪਾਂ ਰਿਡਿਊਸ ਕਰਾਂਗੇ ਤਾਂ ਐਲਡੀਹਾਈਡ ਕੀਟੋਨ ਬਣਨਗੇ ਤੇ ਜੇ ਐਲਡੀਹਾਈਡ ਕੀਟੋਨਸ ਨੂੰ ਰਿਡਿਊਸ ਕਰਾਂਗੇ ਤਾਂ ਆਪਣੇ ਕੋਲੇ ਐਲਕੋਹਲਸ ਬਣਨਗੇ। ਸੋ ਆਕਸੀਡੇਸ਼ਨ ਦੇ ਵਿੱਚ ਆਪਾਂ ਕੀ ਐਕਸਪੈਕਟ ਕਰਾਂਗੇ ਕਿ ਆਕਸੀਡੇਸ਼ਨ ਜਦੋਂ ਐਲਡੀਹਾਈਡ ਕੀਟੋਨਸ ਦੀ ਕਰ ਰਹੇ ਹਾਂ ਤਾਂ ਸਾਡੇ ਕੋਲੇ ਕਿਹੜਾ ਪ੍ਰੋਡਕਟ ਆਏਗਾ? ਯੈਸ, ਇਟ ਵਿਲ ਬੀ ਕਾਰਬੋਕਸਿਲਿਕ ਐਸਿਡ। ਔਰ ਇਸੇ ਤਰੀਕੇ ਨਾਲ ਜਦੋਂ ਅਸੀਂ ਰਿਡਕਸ਼ਨ ਰਿਐਕਸ਼ਨਸ ਕਰਾਂਗੇ ਤਾਂ ਸਾਡੇ ਕੋਲੇ alcohols will be the most expected products. So let's begin with the oxidation of aldehydes. aldehydes ਦੀ oxidation ਜਦੋਂ ਆਪਾਂ ਕਰਦੇ ਹਾਂ ਤਾਂ ਸਾਡੇ ਕੋਲੇ ਕਾਰਬੋਕਸਿਲਿਕ ਐਸਿਡ ਮਿਲਨੇ ਆ। ਜਿੰਨੇ ਕਾਰਬਨਸ ਵਾਲਾ ਐਲਡੀਹਾਈਡ ਲਵਾਂਗੇ ਉਨੇ ਕਾਰਬਨਸ ਵਾਲਾ ਆਪਣੇ ਕੋਲੇ ਕਾਰਬੋਕਸਿਲਿਕ ਐਸਿਡ ਮਿਲ ਜਾਏਗਾ ਆਪਾਂ ਨੂੰ, ਸੇਮ ਨੰਬਰ ਆਫ ਕਾਰਬਨ ਐਟਮਸ। ਤੇ ਜਿਹੜੇ ਆਕਸੀਡਾਈਜ਼ਿੰਗ ਏਜੰਟ ਹੈ ਇਹ ਕਾਮਨ ਆਕਸੀਡਾਈਜ਼ਿੰਗ ਏਜੰਟ ਜਿਵੇਂ ਕਿ ਆਪਾਂ ਨਾਈਟ੍ਰਿਕ ਐਸਿਡ ਜਾਂ KMnO4 ਜਾਂ ਪੋਟੈਸ਼ੀਅਮ ਡਾਈਕ੍ਰੋਮੇਟ ਦਾ ਇਸਤੇਮਾਲ ਕਰਦੇ ਹਾਂ। ਪਰ ਜਦੋਂ ਅਸੀਂ ਕੀਟੋਨਸ ਦੀ ਗੱਲ ਕਰਦੇ ਹਾਂ ਨਾ ਤਾਂ ਕੀਟੋਨਸ ਜਿਹੜੇ ਹੈ ਉਹ ਈਜ਼ੀਲੀ ਆਕਸੀਡਾਈਜ਼ ਨਹੀਂ ਹੁੰਦੇ। ਉਹਨਾਂ ਨੂੰ ਆਕਸੀਡਾਈਜ਼ ਕਰਨ ਦੇ ਲਈ ਡਰਾਸਟਿਕ ਕੰਡੀਸ਼ਨਸ ਯਾਨੀ ਕਿ ਜੇ ਆਪਾਂ HNO3 ਲੈ ਰਹੇ ਹਾਂ ਨਾ ਤਾਂ ਉਹਦੇ ਕੰਸਨਟ੍ਰੇਟਡ ਫਾਰਮ, ਜੇ ਆਪਾਂ KMnO4 ਲੈ ਰਹੇ ਹਾਂ ਤਾਂ ਉਹਦੀ ਐਸਿਡੀਫਾਈਡ ਫਾਰਮ ਜਾਂ ਆਪਾਂ ਇਹ ਕਹਿ ਲਓ ਕਿ ਐਸਿਡੀਫਾਈਡ ਪੋਟੈਸ਼ੀਅਮ ਡਾਈਕ੍ਰੋਮੇਟ, ਉਸ ਕੇਸ ਦੇ ਵਿੱਚ ਹੀ ਕੀਟੋਨਸ ਜਿਹੜੇ ਆ ਆਕਸੀਡਾਈਜ਼ ਹੁੰਦੇ ਆ। ਤੇ ਕੀਟੋਨਸ ਜਦੋਂ ਆਕਸੀਡਾਈਜ਼ ਹੁੰਦੇ ਆ ਕਾਰਬੋਕਸਿਲਿਕ ਐਸਿਡ ਤਾਂ ਮਿਲਦੇ ਆ ਬਟ ਆਪਣੇ ਕੋਲੇ ਮਿਕਸਚਰ ਅਬਟੇਨ ਹੁੰਦਾ ਹੈ। ਉਹ ਵੀ ਕਾਰਬੋਕਸਿਲਿਕ ਐਸਿਡ ਕਿਹੋ ਜਿਹੇ ਹੋਣਗੇ? ਇਹੋ ਜਿਹੇ ਜਿਨ੍ਹਾਂ ਦੇ ਵਿੱਚ ਕੀਟੋਨ ਦੇ ਨਾਲੋਂ ਘੱਟ ਕਾਰਬਨ ਐਟਮਸ ਹੋਣਗੇ। ਹੁਣ ਜਿਵੇਂ ਇੱਥੇ 3 ਕਾਰਬਨ ਐਟਮਸ ਵਾਲਾ ਕੀਟੋਨ ਹੈ ਤੇ ਆਪਣੇ ਕੋਲੇ 2 ਐਸਿਡਸ ਆਏ ਹੈ, ਇੱਕ 'ਚ ਕੇਵਲ 1 ਕਾਰਬਨ ਹੈ ਤੇ ਇੱਕ 'ਚ 2 ਕਾਰਬਨ ਹੈ। ਹੁਣ ਇਹ ਕਿਹੜੇ ਵਾਲੇ ਐਸਿਡਸ ਸਾਡੇ ਕੋਲੇ ਆਣਗੇ? ਇਹਦੇ ਲਈ ਬੇਟੇ ਆਪਾਂ ਇੱਕ ਰੂਲ ਸਟੱਡੀ ਕਰਦੇ ਹਾਂ ਜਿਹਨੂੰ ਆਪਾਂ ਕਹਿੰਦੇ ਆ ਪੌਪ-ਆਫ ਰੂਲ। ਪੌਪ-ਆਫ ਰੂਲ ਕਰਨ ਤੋਂ ਪਹਿਲਾਂ ਆਪਾਂ ਇਹ ਸਮਝਦੇ ਹਾਂ ਕਿ ਕੀਟੋਨਸ ਜਿਹੜੇ ਉਹ ਈਜ਼ੀਲੀ ਆਕਸੀਡਾਈਜ਼ ਕਿਉਂ ਨਹੀਂ ਹੁੰਦੇ ਤੇ ਐਲਡੀਹਾਈਡ ਜਿਹੜੇ ਆ ਉਹ ਈਜ਼ੀਲੀ ਆਕਸੀਡਾਈਜ਼ ਕਿਉਂ ਹੋ ਜਾਂਦੇ ਆ। ਸੋ ਐਲਡੀਹਾਈਡਸ ਦੇ ਈਜ਼ੀਲੀ ਆਕਸੀਡਾਈਜ਼ ਹੋਣ ਦਾ ਰੀਜ਼ਨ ਹੈ ਕਿ ਉਹਨਾਂ ਕੋਲੇ ਹਾਈਡਰੋਜਨ ਜਿਹੜੀ ਹੈ ਉਹ ਕਾਰਬੋਨਿਲ ਕਾਰਬਨ ਦੇ ਉੱਤੇ ਪ੍ਰੈਜ਼ੈਂਟ ਹੁੰਦੀ ਹੈ ਜਿਹੜੀ ਈਜ਼ੀਲੀ OH ਗਰੁੱਪ 'ਚ ਕਨਵਰਟ ਹੋ ਜਾਂਦੀ ਹੈ। ਐਲਡੀਹਾਈਡਸ ਦੇ ਵਿੱਚ ਆ ਹਾਈਡਰੋਜਨ ਹੈ ਨਾ ਜਿਹੜੀ ਕਾਰਬੋਨਿਲ ਕਾਰਬਨ ਦੇ ਉੱਪਰ ਡਾਇਰੈਕਟਲੀ ਅਟੈਚਡ ਹੈ, ਇਹਨੇ ਈਜ਼ੀਲੀ ਆਕਸੀਡਾਈਜ਼ ਹੋ ਜਾਣਾ ਹੈ ਇਨਟੂ OH ਗਰੁੱਪ। ਸੋ ਦਿਸ ਹਾਈਡਰੋਜਨ ਚੇਂਜਸ ਇਨਟੂ OH ਤਾਂ ਆਪਣੇ ਕੋਲੇ ਕਾਰਬੋਕਸਿਲਿਕ ਐਸਿਡ ਬਣ ਗਿਆ। ਬਟ ਕੀਟੋਨਸ ਦੇ ਵਿੱਚ ਤਾਂ ਇਦਾਂ ਦੀ ਕੋਈ ਹਾਈਡਰੋਜਨ ਨਹੀਂ ਨਾ ਹੁੰਦੀ, ਜਿਸ ਕਰਕੇ ਕੀਟੋਨ ਦੇ ਵਿੱਚ ਕਲੀਵੇਜ ਹੋ ਜਾਏਗੀ, ਬੌਂਡ ਕਾਰਬਨ ਔਰ ਕਾਰਬਨ ਦਾ ਟੁੱਟ ਜਾਏਗਾ, ਜਾਂ ਤਾਂ ਬੌਂਡ ਇੱਥੋਂ ਟੁੱਟੇਗਾ ਜਾਂ ਬੌਂਡ ਇੱਥੋਂ ਟੁੱਟੇਗਾ। ਸੋ ਇਹਦੇ ਲਈ ਆਪਾਂ ਸਟੱਡੀ ਕਰਦੇ ਹਾਂ ਪੌਪ-ਆਫ ਰੂਲ। ਪੌਪ-ਆਫ ਰੂਲ ਦੇ ਅਕੋਰਡਿੰਗਲੀ ਜਦੋਂ ਕੋਈ ਅਨਸਿਮੈਟ੍ਰਿਕਲ ਕੀਟੋਨ ਆਕਸੀਡੇਸ਼ਨ ਦੇ ਦੌਰਾਨ ਕਾਰਬਨ ਕਾਰਬਨ ਬੌਂਡ ਦੀ ਕਲੀਵੇਜ ਸ਼ੋ ਕਰਦਾ ਹੈ ਤਾਂ ਬ੍ਰੇਕਿੰਗ ਇਸ ਤਰੀਕੇ ਨਾਲ ਹੋਏਗੀ ਕਿ ਜਿਹੜਾ ਕੀਟੋ ਗਰੁੱਪ ਹੈ ਇਹ ਸਮਾਲਰ ਐਲਕਾਈਲ ਗਰੁੱਪ ਕੋਲੇ ਜਾਏਗਾ। ਇੱਧਰਲੇ ਪਾਸੇ ਆਪਾਂ ਦੇਖ ਰਹੇ ਹਾਂ ਨਾ ਬੜਾ ਐਲਕਾਈਲ ਗਰੁੱਪ ਹੈ। ਸੋ ਕੀਟੋ ਗਰੁੱਪ ਜਿਹੜਾ ਹੈ ਸਮਾਲਰ ਐਲਕਾਈਲ ਗਰੁੱਪ ਕੋਲੇ ਜਦੋਂ ਜਾਂਦਾ ਹੈ ਯਾਨੀ ਕਿ ਆਹ ਵਾਲਾ ਬੌਂਡ ਬ੍ਰੇਕਅਪ ਹੋ ਰਿਹਾ ਹੈ। ਸੋ ਆਪਣੇ ਕੋਲੇ ਇੱਕ ਤਾਂ CH3COOH ਆਹ ਵਾਲਾ यानी कि इथेनोइक एसिड और दूसरा 1 2 3 प्रोपेनोइक एसिड बन जाएगा। ठीक है, चांसेस है कि आ वाला बॉन्ड भी ब्रेक हो सकता है ते उनदे नाल साडे कोले आ प्रोडक्ट्स बननगे। एक तो 1 कार्बन वाला कार्बोक्सिलिक एसिड यानी कि फॉर्मिक एसिड और दूसरा बनेगा 1 2 3 4 कार्बन वाला यानी ब्यूटेनोइक एसिड। बट दीज आर द माइनर प्रोडक्ट। मेजर प्रोडक्ट पॉप ऑफ रूल दे अकॉर्डिंगली कि कीटो ग्रुप जड़ा है वो स्मॉलर एल्काइल ग्रुप को ले ही जाएगा।
ठीक। सो पॉपअप रूल जिहड़ा है वो अनसिमेट्रिकल कीटोन्स की ऑक्सीडेशन के दौरान होने वाली क्लीवेज उनका डिसाइडिंग फैक्टर बनता है। नैक्सट आ जाती है अपने को ऑक्सीडेशन जो आप करते हैं ना, तो ऑक्सीडेशन दे विच टॉलन्स रीएजेंट पहली एग्जाम्पल लैने आप। टॉलन्स रीएजेंट एक माइल्ड ऑक्सीडाइजिंग एजेंट है। माइल्ड मतलब जरा जा इनकी ऑक्सीडाइजिंग कैपेबिलिटीज होंदी हैं। हुंदा की है टॉलन्स रीएजेंट अमोनिकल सिल्वर नाइट्रेट। बनाते किवें ਆਪਾਂ सिल्वर नाइट्रेट ਨੂੰ ਅਮੋਨੀਅਮ ਹਾਈਡਰੋਕਸਾਈਡ ਦੇ ਵਿੱਚ ਘੋਲਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਡੇ ਕੋਲੇ ਸਿਲਵਰ ਆਕਸਾਈਡ ਦੇ ਪ੍ਰੈਸਿਪਿਟੇਟ ਆ ਜਾਂਦੇ ਆ। ਸਿਲਵਰ ਆਕਸਾਈਡ ਪ੍ਰੈਸਿਪਿਟੇਟਸ ਨੂੰ ਆਪਾਂ ਐਕਸੈਸ ਆਫ ਅਮੋਨੀਅਮ ਹਾਈਡਰੋਕਸਾਈਡ ਚ ਜਦੋਂ ਡਿਸੋਲਵ ਕਰਾਂਗੇ ਤਾਂ ਆਪਣੇ ਕੋਲੇ ਟੋਲਰੈਂਸ ਰੀਏਜੈਂਟ ਬਣ ਜਾਂਦਾ ਹੈ, ਕੰਪਲੈਕਸ ਬਣ ਜਾਂਦਾ ਹੈ। ठीक है, जो ये कंपलैक्स टॉलरेंस रिएजेंट ये जो एल्डिहाइड दे नाल ऑक्सीडेशन करेगा तो एल्डिहाइड विल बी कन्वर्टेड इनटू कार्बोक्सिलेट आयन और अपने कोले सिल्वर जी रिड्यूस हो जाती है। टेस्ट ट्यूब दियां दीवारां ते सिल्वर कोट हो जाती है तो असी उन्होंने सिल्वर मिरर कहने हैं। सिल्वर मिरर करके ही इस टेस्ट का नाम टॉलरेंस टेस्ट के नाल सिल्वर मिरर टेस्ट भी रखा गया। So silver mirror test is shown by both aliphatic as well as aromatic aldehydes. एरोमेटिक एल्डिहाइड है चाहे एलिफेटिक एल्डिहाइड है, सारे तरह के एल्डिहाइड टॉलरेंस टेस्ट देंगे, सिल्वर मिरर बनाएंगे। बट कीटोन्स जिहड़े है दे डू नॉट शो दिस टेस्ट। सो इस टेस्ट नूं असी एल्डिहाइड ते कीटोन्स दे विचकार जे असी डिस्टिंग्विश करना है ना तो उनके लिए वरतते हैं। बेटा एक वीडियो दे विच ये टेस्ट परफॉर्म करके भी दिखाए हुए हैं, सो वो वीडियो भी तुसी ज़रूर देख लियो। दूसरा है अपने को फैलिंग सोल्यूशन जिहड़ा आपां यूज़ करते हैं डिस्टिंग्विशिंग टेस्ट के तौर पर। ये भी ऑक्सीडाइजिंग एजेंट है, माइल्ड ऑक्सीडाइजिंग एजेंट है। फैलिंग सोल्यूशन की हुंदा है जो फैलिंग सोल्यूशन ए और फैलिंग सोल्यूशन बी दियां इक्वीमोलर अमाउंट्स नु मिक्स किया जाता है। सो व्हाट इज़ नाउ फैलिंग सोल्यूशन ए? फैलिंग सोल्यूशन ए हुंदा है एक्वस सोल्यूशन ऑफ कॉपर सल्फेट और फैलिंग सोल्यूशन बी हुंदा है एल्केलाइन सोडियम पोटैशियम टार्टरेट जिन्हों आपां रॉशेल सॉल्ट भी कहते हैं। इन्हां दोनों नूं जदों मिक्स करांगे तो अपने कोले फैलिंग सोल्यूशन बन जाएगा। जदों एल्डिहाइड नूं फैलिंग सोल्यूशन दे नाल ऑक्सीडाइज किया जाता है, हीटअप करन ते कार्बोक्सिलिक आयन तो बनना ही बनना है, नाल रेडिश ब्राउन प्रेसिपिटेट ऑफ CU2O ये ऑब्टेन होंदे है। और जदों किसी सबसटेंस दे विच फैलिंग सोल्यूशन पाए जान ते रेडिश ब्राउन प्रेसिपिटेट आते हैं तो इहदा मतलब उस सबसटेंस दे विच एल्डिहाइड है। सो ये एल्डिहाइड एलिफेटिक एल्डिहाइड होएगा क्योंकि एरोमेटिक एल्डिहाइड्स डू नॉट शो दिस टेस्ट, कीटोन्स भी नहीं शो करते। सो जे आपां मान लो प्रोपेनल ते बेंजेल्डिहाइड इन्हां दोनों च डिस्टिंग्विश करना होवे तो आपां नूं प्रोपेनल एंड बेंजेल्डिहाइड ते टॉलरेंस टेस्ट तो बेटे इन्हां दोनों दे विच डिस्टिंग्विश नहीं कर सकता ना, क्योंकि ये दोनों ही टॉलरेंस रिएजेंट टेस्ट दे देंगे। बट फैलिंग सोल्यूशन टेस्ट विल बी गिवन बाय ओनली प्रोपेनल, बेंजेल्डिहाइड विल नॉट गिव फैलिंग सोल्यूशन टेस्ट। नैक्सट आ जाता है आयोडोफॉर्म टेस्ट। आयोडोफॉर्म टेस्ट बेटे आप पहला भी कर चुके हैं, अल्कोहल्स के केस च कीता सी कि जिथे किते आ वाली चीज़ होएगी है ना अल्कोहल्स दे विच, उत्थे अपने को आयोडोफॉर्म टेस्ट मिलेगा। कीटोन्स के केस च असी करते हैं या एल्डिहाइड्स के केस दे विच कि जिथे किते अपने को आ चीज़ होएगी यानी कि मिथाइल कीटोन ग्रुप होएगा, उत्थे आपां नूं आयोडोफॉर्म दे येलो प्रेसिपिटेट्स मिलणगे। सो करना किवें टेस्ट? कोई भी एल्डिहाइड या कीटोन जिंदे विच मिथाइल कीटोन ग्रुप है उन्होंने जो आयोडीन और सोडियम हाइड्रोक्साइड के नाल ट्रीट करते हैं तो येलो प्रेसिपिटेट आ जाते हैं। ठीक है, सो ये टेस्ट भी डिस्टिंग्विशिंग टेस्ट है। एक कादे कादे डिस्टिंग्विश करता है। हुण मान लो अपने कोले मीथेनल ते इथेनल है, मीथेनल और इथेनल दे विचों दी आपां नूं स्ट्रक्चर वाइज देख के पता लगता है कि मीथेनल मतलब HCHO। सो इनदे विच तां ग्रुप है ही नहीं, और इथेनल यानी कि दिस थिंग इथेनल दे विच आ ग्रुप है। सो इथेनल विल गिव आयोडोफॉर्म टेस्ट। इथेनल और प्रोपेनल दे विचों दे देखो तो इथेनल विल गिव दिस टेस्ट। पेंटेन 2 ऑन
will give this test and pentane 3-on, it cannot give iodoform test. So next ਆ ਜਾਂਦੇ ਆ ਆਪਣੇ ਕੋਲੇ ਹੁਣ ਰਿਡਕਸ਼ਨ ਰਿਐਕਸ਼ਨ। ਰਿਡਕਸ਼ਨ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਸਾਡੇ ਕੋਲੇ ਐਲਡੀਹਾਈਡ ਕੀਟੋਨ ਦੀ ਜਦੋਂ ਵੀ ਰਿਡਕਸ਼ਨ ਕਰਾਂਗੇ ਤਾਂ ਪਹਿਲੀ ਸਿਚੁਏਸ਼ਨ ਦੇ ਵਿੱਚ ਅਸੀਂ ਐਲਕੋਹਲ ਦਾ ਜ਼ਿਕਰ ਕਰਦੇ ਹਾਂ, ਦੈਨ ਸਾਡੇ ਕੋਲੇ ਰਿਡਕਸ਼ਨ ਦੇ ਬਾਅਦ ਹਾਈਡਰੋਕਾਰਬਨ ਵੀ ਬਣ ਸਕਦੇ हैं। ਸਭ ਤੋਂ ਪਹਿਲਾਂ ਬੇਟਾ ਆਪਾਂ ਐਲਡੀਹਾਈਡਸ ਐਂਡ ਕੀਟੋਨਸ ਦੀ ਰਿਡਕਸ਼ਨ ਤੋਂ ਐਲਕੋਹਲਸ ਜਿੱਥੇ ਬਣਦੇ ਆ ਉਸ ਰਿਐਕਸ਼ਨ ਦਾ ਜ਼ਿਕਰ ਕਰਦੇ ਹਾਂ। ਸੋ ਐਲਡੀਹਾਈਡ ਕੀਟੋਨ ਜਦੋਂ ਵੀ ਆਪਾਂ ਕਿਸੇ ਰਿਡਿਊਸਿੰਗ ਏਜੰਟ ਇੱਥੇ ਕਾਫੀ ਜ਼ਿਆਦਾ ਸਾਰੇ ਲਿਖੇ ਹੋਏ ਆ, ਕਿਹੜੇ ਕਿਹੜੇ ਹੈ? ਪਹਿਲੀ ਗੱਲ ਹੈ ਹਾਈਡਰੋਜਨ ਇਨ ਪ੍ਰੈਜ਼ੈਂਸ ਆਫ ਨਿਕਲ ਜਾਂ ਪਲੈਟੀਨਮ ਜਾਂ ਪੈਲੇਡੀਅਮ, ਕੋਈ ਵੀ ਕੈਟਾਲਿਸਟ ਇਹਨਾਂ 'ਚ ਹੋ ਸਕਦਾ ਹੈ। ਦੂਸਰਾ ਹੈ ਲਿਥੀਅਮ ਐਲੂਮੀਨੀਅਮ ਹਾਈਡਰਾਈਡ ਹੋ ਸਕਦਾ ਹੈ ਜਾਂ ਸੋਡੀਅਮ ਬੋਰੋਹਾਈਡਰਾਈਡ। ਸੋ ਕੋਈ ਵੀ ਰਿਡਿਊਸਿੰਗ ਏਜੰਟ ਹੈ, ਐਲਡੀਹਾਈਡਸ ਨੇ ਰਿਡਿਊਸ ਹੋ ਕੇ ਆਪਣੇ ਕੋਲੇ ਜਿੱਥੇ ਕਾਰਬੋਨਿਲ ਕਾਰਬਨ ਹੈ ਨਾ ਉੱਥੇ HOH ਲਾਈਕ ਦਿਸ, ਇਹ ਚੀਜ਼ ਆਪਣੇ ਕੋਲੇ ਆ ਜਾਏਗੀ। ਸੋ ਆਪਾਂ ਐਲਡੀਹਾਈਡਸ ਦੀ ਰਿਡਕਸ਼ਨ ਦੇਖੀਏ ਜ਼ਰਾ ਕੀ ਬਣਦਾ ਆਪਣੇ ਕੋਲੇ। ਪਹਿਲੀ ਐਗਜ਼ਾਮਪਲ ਲੈਣੇ ਆਪਾਂ ਐਸੀਟੈਲਡੀਹਾਈਡ। ਸੋ ਐਸੀਟੈਲਡੀਹਾਈਡ ਦਾ ਫਾਰਮੂਲਾ ਲਾਈਕ ਦਿਸ, ਤੇ ਮੈਂ ਤੁਹਾਨੂੰ ਸਮਝਾਇਆ ਕਿ ਇਸ ਦੀ ਥਾਂ ਤੇ ਆਪਣੇ ਕੋਲੇ ਕੀ ਕਿਹੜਾ ਗਰੁੱਪ ਆ ਜਾਣਾ ਹੈ, like this. So what is this now? CH3 CH2OH। ਸੋ ਆਪਣੇ ਕੋਲੇ ਇਥਾਈਲ ਅਲਕੋਹਲ ਬਣ ਗਿਆ। ਹੁਣ ਜੇ ਆਪਾਂ ਐਸੀਟੋਨ ਲਿੱਤਾ ਹੈ, ਜਿੱਥੇ ਡਬਲ ਬੌਂਡ O ਸੀ ਉਸ ਥਾਂ ਤੇ H ਆ ਗਿਆ ਤੇ OH ਆ ਗਿਆ, ਦਿਸ ਇਜ਼ ਆਈਸੋਪ੍ਰੋਪਾਈਲ ਅਲਕੋਹਲ। ਯਾਦ ਤੁਸੀਂ ਇਹੀ ਰੱਖਣਾ ਹੈ ਕਿ ਐਲਡੀਹਾਈਡ ਕੀਟੋਨ ਦੀ ਜਿਹੜੀ ਰਿਡਕਸ਼ਨ ਹੋ ਰਹੀ ਹੈ ਨਾ, C ਡਬਲ ਬੌਂਡ O ਨੇ ਕਨਵਰਟ ਹੋ ਕੇ ਆਪਣੇ ਕੋਲੇ ਆ ਚੀਜ਼ ਆ ਜਾਣੀ ਹੈ, ਠੀਕ ਹੈ। ਸੋ ਹੁਣ ਆਪਣੇ ਕੋਲੇ ਆਉਂਦੀ ਹੈ ਰਿਡਕਸ਼ਨ ਟੂ ਹਾਈਡਰੋਕਾਰਬਨ। ਜਦੋਂ ਹਾਈਡਰੋਕਾਰਬਨਸ ਕੋਲੇ ਆਪਾਂ ਪਹੁੰਚਣਾ ਹੈ ਬਾਈ ਰਿਡਕਸ਼ਨ ਆਫ ਐਲਡੀਹਾਈਡ, ਤਾਂ ਅਸੀਂ ਇਹ ਦੇਖਦੇ ਹਾਂ ਕਿ ਜਿੱਥੇ ਡਬਲ ਬੌਂਡ O ਸੀ ਉਸ ਥਾਂ ਤੇ ਹੁਣ 2 ਹਾਈਡਰੋਜਨਸ ਇਸ ਤਰੀਕੇ ਨਾਲ ਲੱਗ ਜਾਣਗੀਆਂ। ਸੋ ਐਜ਼ ਅ ਰਿਜ਼ਲਟ ਐਲਡੀਹਾਈਡਸ ਦੇ ਕੇਸ ਦੇ ਵਿੱਚ ਇੱਥੇ ਆਪਣੇ ਕੋਲੇ ਟੋਟਲ ਮਿਲਾ ਕੇ 3 ਹਾਈਡਰੋਜਨਸ ਆ ਗਈਆਂ, ਦਿਸ ਇਜ਼ ਅਲਕੇਨ, ਠੀਕ ਹੈ। ਸੋ ਦਿਸ ਇਜ਼ ਕੀਟੋਨ, ਜਿੱਥੇ ਡਬਲ ਬੌਂਡ O ਸੀ ਉੱਥੇ 2 ਹਾਈਡਰੋਜਨਸ ਆ ਗਈਆਂ, ਅਲਕੇਨ ਬਣ ਗਿਆ ਇਹ ਵੀ ਆਪਣੇ ਕੋਲੇ। ਸੋ ਪਹਿਲੇ ਕੇਸ ਦੇ ਵਿੱਚ ਅਸੀਂ ਰਿਡਕਸ਼ਨ ਕਰਦੇ ਹਾਂ ਵਿਦ ਜ਼ਿੰਕ ਅਮਲਗਮ ਐਂਡ ਕੰਸਨਟ੍ਰੇਟਿਡ HCl। ਜ਼ਿੰਕ ਨੂੰ ਮਰਕਰੀ ਦੇ ਵਿੱਚ ਘੋਲਿਆ ਜਾਂਦਾ ਹੈ ਤਾਂ ਉਹਨੂੰ ਜ਼ਿੰਕ ਅਮਲਗਮ ਕਹਿੰਦੇ ਹੈ। HCl ਦੇ ਨਾਲ ਜਦੋਂ ਆਪਾਂ ਜ਼ਿੰਕ ਅਮਲਗਮ ਨੂੰ ਐਸੀਟੈਲਡੀਹਾਈਡ ਦੇ ਨਾਲ ਰਿਐਕਟ ਕਰਾਉਂਦੇ ਹਾਂ ਤਾਂ ਆਪਣੇ ਕੋਲੇ ਜਿੰਨੇ ਕਾਰਬਨਸ ਹੈ ਉਹਦੇ ਕੋਰਸਪੋਂਡਿੰਗ ਅਲਕੇਨ ਬਣ ਜਾਏਗੀ, ਠੀਕ ਹੈ। ਜੇ ਆਪਾਂ ਇੱਥੇ 3 ਕਾਰਬਨ ਵਾਲਾ ਕੀਟੋਨ ਲਿੱਤਾ ਹੈ ਤਾਂ ਆਪਣੇ ਕੋਲੇ 3 ਕਾਰਬਨ ਵਾਲਾ ਅਲਕੇਨ ਯਾਨੀ ਕਿ ਪ੍ਰੋਪੇਨ ਬਣ ਜਾਏਗਾ। ਔਰ ਇਸ ਰਿਐਕਸ਼ਨ ਨੂੰ ਆਪਾਂ ਕਹਿੰਦੇ ਹਾਂ ਕਲੇਮੈਂਜ਼ਨ ਰਿਡਕਸ਼ਨ। ਦਿਸ ਇਜ਼ ਵੈਰੀ ਇੰਪੋਰਟੈਂਟ ਨੇਮਡ ਰਿਐਕਸ਼ਨ। ਔਰ ਜਿਹੜੀ ਅਗਲੀ ਰਿਐਕਸ਼ਨ ਕਰਨੀ ਹੈ ਨਾ, ਪ੍ਰੋਡਕਟ ਹਾਲਾਂਕਿ ਉਹਦੇ 'ਚ ਵੀ ਸੇਮ ਹੈ, ਉਹਦੇ 'ਚ ਵੀ ਆਪਣੇ ਕੋਲੇ ਅਲਕੇਨ ਬਣੇਗਾ, ਬਟ ਉਸ ਰਿਡਕਸ਼ਨ ਦਾ ਨਾਮ ਹੈ ਵੋਲਫ ਕਿਸ਼ਨਰ ਰਿਡਕਸ਼ਨ। ਔਰ ਇਹ ਰਿਡਕਸ਼ਨ ਆਪਾਂ ਹਾਈਡਰੋਜ਼ੀਨ ਨਾਲ ਕਰਦੇ ਹਾਂ। ਹਾਈਡਰੋਜ਼ੀਨ ਦੇ ਨਾਲ ਆਪਣੇ ਕੋਲੇ ਸਭ ਤੋਂ ਪਹਿਲਾਂ ਐਲਡੀਹਾਈਡ ਦਾ, ਜਿਵੇਂ ਪਹਿਲਾਂ ਆਪਾਂ ਕੀਤਾ ਹੀ ਹੋਇਆ ਇਹ ਰਿਐਕਸ਼ਨ ਕਿ ਹਾਈਡਰੋਜ਼ੀਨ ਦੀ H2 ਔਰ ਇਹ ਰਿਐਕਟ ਕਰਕੇ ਐਜ਼ ਅ ਵਾਟਰ ਬਾਹਰ ਨਿਕਲ ਜਾਣਗੇ ਤੇ ਆਪਣੇ ਕੋਲੇ ਹਾਈਡਰੋਜ਼ੋਨ ਬਣ ਜਾਏਗਾ। ਸੋ ਜਿਹੜਾ ਹਾਈਡਰੋਜ਼ੋਨ ਹੈ ਜਦੋਂ ਉਹਨੂੰ ਅਲਕਲੀ ਯਾਨੀ ਕਿ KOH ਜਾਂ NOH ਦੇ ਨਾਲ ਇਨ ਦ ਪ੍ਰੈਜ਼ੈਂਸ ਆਫ ਗਲਾਈਕੋਲ ਟ੍ਰੀਟ ਕਰਦੇ ਹਾਂ ਤਾਂ ਆਪਣੇ ਕੋਲੇ ਜਿੰਨੇ ਕਾਰਬਨਸ ਵਾਲਾ ਐਲਡੀਹਾਈਡ ਸੀ ਉਨੇ ਕਾਰਬਨ ਵਾਲਾ ਆਪਣੇ ਕੋਲੇ ਅਲਕੇਨ ਆ ਜਾਏਗਾ। ਜੇ ਆਪਾਂ ਐਸੀਟੋਨ ਲੈਂਦੇ ਹਾਂ ਯਾਨੀ ਕਿ 3 ਕਾਰਬਨ ਵਾਲਾ ਕੀਟੋਨ, ਤਾਂ ਹਾਈਡਰੋਜ਼ੋਨ ਬਣਨ ਦੇ ਬਾਅਦ 3 ਕਾਰਬਨ ਵਾਲਾ ਅਲਕੇਨ ਯਾਨੀ ਪ੍ਰੋਪੇਨ ਆਪਣੇ ਕੋਲੇ ਆ ਜਾਂਦਾ ਹੈ। ਔਰ ਇਸ ਰਿਐਕਸ਼ਨ ਦਾ ਨਾਮ very important reaction, named reaction, naam hai inda Wolff-Kishner reduction. Next is reduction with HI in presence of red phosphorus. So jinne carbon wala aldehyde unne carbon wala alkane, जिन्ने कार्बन वाला कीटोन उन्ने ही कार्बन वाला अल्केन। रिएक्शन होनी किंदी प्रेजेंस च है HI और रेड फॉस्फोरस दी प्रेजेंस च होनी है रिडक्शन।
ਨੈਕਸਟ ਆਰ ਦ ਮਿਸਲੇਨੀਅਸ ਰਿਐਕਸ਼ਨਸ, ਜਿਨ੍ਹਾਂ ਦੇ ਵਿੱਚ ਆਪਾਂ ਸਭ ਤੋਂ ਪਹਿਲੀ ਰਿਐਕਸ਼ਨ ਕਰਨੀ ਹੈ ਐਲਡੋਲ ਕੰਡੈਂਸੇਸ਼ਨ। ਐਲਡੋਲ ਕੰਡੈਂਸੇਸ਼ਨ ਰਿਐਕਸ਼ਨ ਦੇ ਵਿੱਚ ਦੋ ਐਲਡੀਹਾਈਡਸ ਲੈਣੇ ਆ ਤੇ ਆਪਣੇ ਕੋਲੇ ਐਲਡੋਲ ਯਾਨੀ ਕਿ ਐਲਡੀਹਾਈਡਿਕ ਗਰੁੱਪ ਤੇ ਹਾਈਡਰੋਕਸੀ ਗਰੁੱਪ, ਐਲਡੋਲ ਬਣ ਜਾਂਦਾ ਹੈ। ਠੀਕ ਹੈ, ਐਲਡੀਹਾਈਡਿਕ ਗਰੁੱਪ ਐਂਡ OL ਦਾ ਮਤਲਬ ਹੈ ਹਾਈਡਰੋਕਸੀ ਗਰੁੱਪ। ਸੋ ਜਦੋਂ ਐਲਡੋਲ ਦੀ ਕੰਡੈਂਸੇਸ਼ਨ ਦਾ ਮਤਲਬ ਹੈ ਲਾਸ ਆਫ ਵਾਟਰ ਮੋਲੀਕਿਊਲ। ਸੋ ਇੱਥੇ ਆਪਣੇ ਕੋਲੇ ਐਲਫਾ ਬੀਟਾ ਅਨਸੈਚੂਰੇਟਿਡ ਐਲਡੀਹਾਈਡ ਬਣ ਜਾਏਗਾ। ਠੀਕ ਹੈ, ਸੋ ਇਹ ਰਿਐਕਸ਼ਨ ਦਾ ਨਾਮ ਹੈ ਐਲਡੋਲ ਕੰਡੈਂਸੇਸ਼ਨ। ਐਲਡੋਲ ਕੰਡੈਂਸੇਸ਼ਨ ਨੂੰ ਆਪਾਂ ਬੇਟੇ ਹੁਣੇ ਲਿਖ ਕੇ ਦੇਖਦੇ ਹਾਂ ਤਾਂ ਤੁਹਾਨੂੰ ਸਮਝ ਆਏਗੀ ਤੇ ਨਾਲ ਨਾਲ ਤੁਸੀਂ ਲਿਖਣੀ ਹੈ। ਐਲਡੋਲ ਕੰਡੈਂਸੇਸ਼ਨ ਸਿਰਫ ਉਹਨਾਂ ਐਲਡੀਹਾਈਡਸ ਜਾਂ ਕੀਟੋਨਸ ਲਈ ਹੋਏਗੀ ਜਿਨ੍ਹਾਂ ਕੋਲੇ ਐਲਫਾ ਹਾਈਡਰੋਜਨ ਐਟਮ ਹੁੰਦਾ ਹੈ। ਸੋ ਇੱਥੇ ਅਲਫਾ ਹਾਈਡਰੋਜਨ ਐਟਮ ਦਾ ਕੀ ਸਿਗਨੀਫਿਕੈਂਸ ਹੈ, ਲੈਟ ਅਸ ਡੂ। ਬੇਟੇ ਐਲਡੋਲ ਕੰਡੈਂਸੇਸ਼ਨ ਤਾਂ ਤੁਸੀਂ ਬਿਲਕੁਲ ਫੂਲ ਪ੍ਰੂਫ ਤਰੀਕੇ ਨਾਲ ਇਹਦਾ ਪ੍ਰੋਡਕਟ ਬਣਾ ਸਕੋਗੇ ਜੇ ਤੁਸੀਂ ਹੁਣੇ ਇੱਕ ਵਾਰੀ ਇਹਨੂੰ ਰਿਟਨ ਪ੍ਰੈਕਟਿਸ ਕਰੋਗੇ ਨਾਲ ਦੀ ਨਾਲ। ਬੇਟਾ ਐਲਡੋਲ ਕੰਡੈਂਸੇਸ਼ਨ ਜਿਹੜੀ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਕਿਸ ਕਰਕੇ ਹੁੰਦੀ ਹੈ? ਇਹ ਹੁੰਦੀ ਹੈ ਬਿਕੋਜ਼ ਆਫ ਐਸਿਡਿਟੀ ਆਫ ਐਲਫਾ ਹਾਈਡਰੋਜਨ। ਸੋ ਸਭ ਤੋਂ ਪਹਿਲਾਂ ਐਲਫਾ ਹਾਈਡਰੋਜਨ ਕੀ ਹੁੰਦੀ ਹੈ? ਦੇਖੋ ਆ ਆਪਣੇ ਕੋਲੇ ਇੱਕ ਐਲਡੀਹਾਈਡ ਹੈ। ਐਲਡੀਹਾਈਡ ਦੇ ਵਿੱਚ ਕਾਰਬੋਨਿਲ ਕਾਰਬਨ ਤੋਂ ਅਗਲੀ ਕਾਰਬਨ ਇਜ਼ ਐਲਫਾ ਹਾਈਡਰੋਜਨ। ਠੀਕ ਹੈ, ਔਰ ਐਲਫਾ ਹਾਈਡਰੋਜਨ ਦੇ ਵਿੱਚ ਆਪਾਂ ਆ ਤਿੰਨ ਹਾਈਡਰੋਜਨਸ ਇੱਥੇ ਦੇਖ ਰਹੇ ਹਾਂ। ਠੀਕ, ਜਦੋਂ ਇੱਕ ਅਲਫਾ ਹਾਈਡਰੋਜਨ ਐਜ਼ H ਪੋਜ਼ਿਟਿਵ ਬਾਹਰ ਨਿਕਲ ਗਈ ਸੋ ਇਸ ਕਾਰਬਨ ਦੇ ਉੱਤੇ ਕਿਹੜਾ ਚਾਰਜ ਆ ਜਾਏਗਾ? ਇਟ ਵਿਲ ਬੀ ਨੈਗੇਟਿਵ। ਇੱਥੇ ਅਸੀਂ ਦੇਖਦੇ ਹਾਂ ਦੂਜੇ ਐਲਡੀਹਾਈਡ ਦੇ ਉੱਤੇ ਆਕਸੀਜਨ ਜਿਹੜੀ ਹੈ ਬੀਇੰਗ ਇਲੈਕਟ੍ਰੋਨੈਗੇਟਿਵ ਇਸ ਬੌਂਡ ਨੂੰ ਆਪਣੇ ਵੱਲ ਅਟਰੈਕਟ ਕਰ ਲੈਂਦੀ ਹੈ। ਇੱਥੇ ਨੈਗੇਟਿਵ ਚਾਰਜ ਆ ਜਾਂਦਾ, ਇੱਥੇ ਪੋਜ਼ਿਟਿਵ ਆ ਜਾਏਗਾ। ਸੋ ਐਜ਼ ਅ ਰਿਜ਼ਲਟ ਨਾਓ ਵੀ ਕੈਨ ਸੀ ਕਿ ਜਿਹੜੀ ਆਹ ਕਾਰਬਨ ਜਿਹਦੇ ਉੱਤੇ ਨੈਗੇਟਿਵ ਚਾਰਜ ਹੈ ਇਟ ਵਿਲ ਅਟੈਕ ਓਵਰ ਹੇਅਰ ਔਰ ਆਪਣੇ ਕੋਲੇ ਪ੍ਰੋਡਕਟ ਕੀ ਬਣ ਜਾਏਗਾ? ਬੇਟੇ ਮੈਂ ਇੱਥੋਂ ਦੀ ਲਿਖਣਾ ਹੁਣ ਸ਼ੁਰੂ ਕਰ ਰਹੀ ਹਾਂ। ਠੀਕ ਹੈ, ਸੋ ਕਲੀਅਰਲੀ ਦੇਖੋ ਨਾਲ ਦੀ ਨਾਲ ਤੁਹਾਨੂੰ ਸਮਝ ਆ ਜਾਏਗਾ। ਇਸ O ਦੇ ਉੱਤੇ ਨੈਗੇਟਿਵ, ਆ H ਐਜ਼ ਸੱਚ ਲੱਗੀ ਹੋਈ ਹੈ। ਇੱਥੇ ਦੋ ਹਾਈਡਰੋਜਨਸ ਹੈ ਨਾ ਐਂਡ ਦਿਸ ਇਜ਼ CHO। ਆਹ ਵਾਲੀ ਚੀਜ਼ CH2 ਇਹ ਇਸ ਕਾਰਬਨ ਦੇ ਨਾਲ ਅਟੈਚ ਹੋ ਗਈ ਐਂਡ ਜਦੋਂ ਇਸ O ਨੈਗੇਟਿਵ ਨੇ H ਪੋਜ਼ਿਟਿਵ ਨੂੰ ਐਬਸਟ੍ਰੈਕਟ ਕਰ ਲੈਣਾ ਤਾਂ ਇੱਥੇ OH। ਸੋ ਦਿਸ ਇਜ਼ ਨਾਓ ਐਲਡੀਹਾਈਡ ਗਰੁੱਪ ਐਂਡ ਦਿਸ ਇਜ਼ OL। ਸੋ ਇਹਨੂੰ ਆਪਾਂ ਕਵਾਂਗੇ ਐਲਡੋਲ। ਦਿਸ ਇਜ਼ ਵਾਟ? ਐਲਡੋਲ। ਐਲਡੋਲ ਦੀ ਬੇਟਾ ਤੁਸੀਂ ਦੇਖੋ ਕਿ ਐਲਫਾ ਕਾਰਬਨ ਔਰ ਬੀਟਾ ਕਾਰਬਨ, ਐਲਫਾ ਕਾਰਬਨ ਦੇ ਉੱਤੇ ਦੋ ਹਾਈਡਰੋਜਨਸ ਹੈ ਨਾ ਜਿਨ੍ਹਾਂ ਨੂੰ ਮੈਂ ਇਸ ਤਰੀਕੇ ਨਾਲ ਐਕਸਪੈਂਡ ਕਰਕੇ ਲਿਖ ਸਕਦੀ ਹਾਂ। ਜੇ ਇੱਥੋਂ ਦੇ ਆਪਾਂ ਕੱਟ ਦਿੰਨੇ ਇਹਨੂੰ ਸੋ ਇਟ ਕੈਨ ਬੀ ਰਿਟਨ ਲਾਈਕ ਦਿਸ, ਹੈ ਨਾ। ਹੁਣ ਆਹ OH ਤੇ ਆਹ ਹਾਈਡਰੋਜਨ ਦੇ ਵਿਲ ਬੀ ਲੌਸਟ ਐਜ਼ ਵਾਟਰ। ਜੇ ਇਸ ਕਾਰਬਨ ਕੋਲੋਂ ਔਰ ਇਸ ਕਾਰਬਨ ਕੋਲੋਂ ਦੋਨੋਂ ਕੋਲੋਂ ਇੱਕ H ਤੇ ਇੱਕ OH ਚਲਾ ਗਿਆ ਇੱਥੇ ਡਬਲ ਬੌਂਡ ਆ ਜਾਏਗਾ। ਦਿਸ ਇਜ਼ ਨਾਓ ਐਲਫਾ ਬੀਟਾ ਅਨਸੈਚੂਰੇਟਿਡ ਐਲਡੀਹਾਈਡ। ਸੋ ਆਈ ਥਿੰਕ ਬੇਟਾ ਤੁਹਾਨੂੰ ਐਲਡੋਲ ਕੰਡੈਂਸੇਸ਼ਨ ਪਤਾ ਲੱਗ ਗਈ ਹੋਏਗੀ। ਐਲਡੋਲ ਕੰਡੈਂਸੇਸ਼ਨ ਤਾਂ ਤੁਸੀਂ ਬਿਨਾਂ ਕਿਸੇ ਗਲਤੀ ਤੋਂ ਕਰ ਸਕਦੇ ਹੋ ਜੇ ਤੁਹਾਡਾ ਸ਼ੁਰੂ ਦੇ ਵਿੱਚ ਰਿਐਕਟੈਂਟ ਲਿਖਣ ਦਾ ਤਰੀਕਾ ਇਸ ਤਰ੍ਹਾਂ ਦਾ ਹੈ। ਇੱਥੋਂ ਦੀ ਤੁਹਾਨੂੰ ਇਹ ਵੀ ਚੀਜ਼ ਪਤਾ ਲੱਗ ਜਾਏਗੀ ਕਿ ਜਿਨ੍ਹਾਂ ਐਲਡੀਹਾਈਡਸ ਕੋਲੇ ਅਲਫਾ ਹਾਈਡਰੋਜਨ ਹੈ ਸਿਰਫ ਉਹੀ ਐਲਡੋਲ ਕੰਡੈਂਸੇਸ਼ਨ ਸ਼ੋ ਕਰਦੇ ਹੈ। ਹੁਣ ਜੇ ਆਪਾਂ HCHO ਸੋਚੀਏ ਜਾਂ ਬੈਂਜ਼ੈਲਡੀਹਾਈਡ ਸੋਚੀਏ ਤਾਂ ਇਹਦੇ ਵਿੱਚ ਤਾਂ ਆਪਣੇ ਕੋਲੇ ਆਪਾਂ ਨੂੰ ਪਤਾ ਹੈ ਇਸ ਕਾਰਬਨ ਕੋਲੇ ਕੋਈ ਅਲਫਾ ਹਾਈਡਰੋਜਨ ਨਹੀਂ ਹੈਗੀ, ਮਤਲਬ ਇਸ ਕਾਰਬਨ ਕੋਲੇ ਕੋਈ ਹਾਈਡਰੋਜਨ ਹੀ ਨਹੀਂ ਹੈਗੀ। ਸੋ ਇਟ ਵਿਲ ਨਾਟ ਬੀ ਸ਼ੋਇੰਗ ਐਲਡੋਲ ਕੰਡੈਂਸੇਸ਼ਨ। ਠੀਕ ਹੈ, ਸੋ ਇਹ ਬਹੁਤ ਹੀ ਇੰਪੋਰਟੈਂਟ ਰਿਐਕਸ਼ਨ ਹੈ ਐਲਡੋਲ ਕੰਡੈਂਸੇਸ਼ਨ। ਐਲਡੋਲ ਕੰਡੈਂਸੇਸ਼ਨ ਨੂੰ ਯਾਦ ਰੱਖੋ ਕਿ ਜੇ ਤੁਸੀਂ ਠੀਕ ਤਰੀਕੇ ਨਾਲ ਲਿਖਣਾ ਹੈ ਤਾਂ ਇੱਕ ਐਲਡੀਹਾਈਡ ਐਦਾਂ ਨਾਰਮਲ ਜਿੰਦੇ ਵਿੱਚ ਆ ਨੈਗੇਟਿਵ ਚਾਰਜ ਆ ਜਾਏਗਾ ਔਰ ਦੂਜੇ ਐਲਡੀਹਾਈਡ ਦੀ ਇਸ ਤਰੀਕੇ ਨਾਲ ਲਿਖਣਾ ਹੈ ਕਿ ਅਲਫਾ ਹਾਈਡਰੋਜਨ ਦਿਖੇ। ਸੋ ਅਲਫਾ ਹਾਈਡਰੋਜਨ ਬਾਹਰ ਨਿਕਲੇਗੀ ਤੇ ਇੱਥੇ ਨੈਗੇਟਿਵ ਚਾਰਜ ਆ ਜਾਏਗਾ, ਇੱਥੇ ਇਸ ਕਾਰਬਨ ਕੋਲੇ ਪੋਜ਼ਿਟਿਵ।
इस कार्बन ने इस कार्बन दे नाल अटैच होना है ते अकॉर्डिंगली प्रोडक्ट बन जाना है। बेटा विदाउट एनी डिले इत्थे ही वीडियो पॉज करो ते तुसी इनू लिख के देखो भी तुहाडा इसे तरीके नाल एल्डोल बन रहे है। दैन उन्होंने कंडेंस करो, अल्फा बीटा अनसैचुरेटेड हाइड्रोकार्बन भी बना के देखो। नेक्स्ट आ जाता अपने को क्रॉस एल्डोल कंडेंसेशन। सो क्रॉस एल्डोल कंडेंसेशन दे विच असी दो डिफरेंट कार्बोनल कंपाउंड ले लैने हैं, जिवें इत्थे एक एसीटैल्डिहाइड ले लिया, एक एसीटोन ले लिया। डाइल्यूट अल्कली दी प्रेजेंस दे विच अपने कोले क्रॉस एल्डोल कंडेंसेशन यानी कि अलग अलग प्रोडक्ट्स जिहड़े है वो ऑब्टेन होंगे, क्योंकि एल्डिहाइड ने अपनी एल्डोल कंडेंसेशन शो करनी है, एसीटोन ने अपनी। सो इनकी कंडेंसेशन के बाद एक प्रोडक्ट आएगा, इनकी अपनी कंडेंसेशन के बाद एक प्रोडक्ट आएगा। और जे ये दोनों आपस च कंडेंस करते हैं, मतलब लाइक दिस, इत्थों दी इनका OH ग्रुप ते इत्थों दी CH2 नैगेटिव जे इत्थे अटैच कर जाते हैं लाइक दिस, ये अपने को एल्डोल इत्थे शो कर रहे हैं, आप कीटोल कह सकते हैं इत्थे बिकॉज कीटोन ग्रुप इज देयर। सो दिस इज कीटोल। ते ਜਦੋਂ ਇਹਦੇ ਵਿੱਚ ਅਲਫਾ ਔਰ ਬੀਟਾ ਪੋਜੀਸ਼ਨ ਤੋਂ HOH ਦਾ ਲਾਸ ਹੋਏਗਾ ਤਾਂ ਇੱਥੇ ਡਬਲ ਬੌਂਡ ਜਨਰੇਟ ਹੋ ਜਾਏਗਾ, ਜਿਹਨੂੰ ਅਸੀਂ ਅਲਫਾ ਬੀਟਾ ਅਨਸੈਚੁਰੇਟਡ ਕੀਟੋਨ ਦਾ ਨਾਮ ਦੇ ਰਹੇ ਹਾਂ। ਸੋ क्रॉस एल्डोल कंडेंसेशन भी तुसी ਤਾਂ लिख सकते हो बेटा जे ਤੁਹਾਨੂੰ एल्डोल कंडेंसेशन लिखनी आती है। इनकी भी मैक्सिमम प्रैक्टिस करो। नेक्स्ट जो आप इहदे च करते हैं दैट इज क्लेजन कंडेंसेशन। दिस इज वेरी वेरी इंपॉर्टेंट टाइप ऑफ एल्डोल कंडेंसेशन। इहदे विच की हुंदा है कि एक एरोमैटिक और एक एलिफैटिक, इन्हां दोनों एल्डिहाइड्स की कंडेंसेशन हो रही है। जिवें बंजेल्डिहाइड ले लिया तो इत्थे आपां ले लिया इथेनॉल। सो डाइल्यूट अल्कली दी प्रेजेंस दे विच बंजेल्डिहाइड दे विच बेटा अपने कोले कैन यू सी अल्फा हाइड्रोजन नहीं है, ठीक है। सो इत्थे की होएगी, इत्थे अल्फा हाइड्रोजन तो बिना वाला जिहड़ा रोल प्ले किया जा रहा है ना जिस एल्डिहाइडिक ऑक्सीजन द्वारा। सो इत्थे वी कैन सी कि जिहड़ी अल्फा हाइड्रोजन है वो इहदे कोले है। सो इन्हें CH2 नैगेटिव बना के इस कार्बन के ऊपर अटैक करना है तो अपने को ए एल्डोल बन जाएगा। 3 फिनाइल प्रोप 2 इन अल अल्टीमेटली अपने को अल्फा बीटा अनसैचुरेटेड एल्डिहाइड बन जाता है कंडेंसेशन के बाद। दिस इज वेरी वेरी इंपॉर्टेंट रिएक्शन, याद रखना है। एल्डोल कंडेंसेशन है बिटवीन वन एरोमेटिक एंड वन एलिफेटिक एल्डिहाइड। एरोमेटिक एल्डिहाइड दे विच इत्थे अल्फा हाइड्रोजन नहीं हैगी, नो अल्फा हाइड्रोजन, ये याद रखना है। क्लेजन कंडेंसेशन। नेक्स्ट है बेटा कैनिज़ेरोज रिएक्शन। कैनिज़ेरो रिएक्शन बहुत ही इंपॉर्टेंट है। इनदे विच दो चीज़ां याद रखो, एक तो कि असी कंसनट्रेटेड NaOH यूज़ करना, एल्डोल कंडेंसेशन दे विच डाइल्यूट सीगा। दूजी चीज़ ये है कि इनदे च ओ एल्डिहाइड पार्टिसिपेट करनगे जिन्हां दे विच अल्फा हाइड्रोजन नहीं हैगी, those which do not have alpha hydrogen, जिवें कि फॉर्मैल्डिहाइड हो गया, बेंजेल्डिहाइड हो गया। इनदे विच तीजी चीज़ याद रखने वाली ये है कि इस रिएक्शन दे विच एल्डिहाइड अपने आप नू ऑक्सीडाइज करेगा ते एल्डिहाइड ही अपने आप नू रिड्यूस करेगा। जिवें हुण फॉर्मैल्डिहाइड देखो, फॉर्मैल्डिहाइड दे नाल रिएक्ट करके कॉन्सनट्रेटेड NaOH वर्ड यूज़ किया है इत्थे, कॉन्सनट्रेटेड अल्कली। जो जब हीटअप करांगे ना, एक एल्डिहाइड ने रिड्यूस होके अल्कोहल बनाता ते एक एल्डिहाइड ने ऑक्सीडाइज होके एसिड बनाता। इसे तरीके नाल बेंजेल्डिहाइड तो अपने को बेंजाइल अल्कोहल और सोडियम बेंजोएट। सो ये तीन गल्लां याद रखोगे तो तुहानू कैनिज़ेरो रिएक्शन कदे नहीं भुलेगी। कैनिज़ेरो रिएक्शन मतलब पहली सिचुएशन कॉन्सनट्रेटेड NaOH, दूजी ओ एल्डिहाइड जिन्हां कोले अल्फा हाइड्रोजन नहीं है, तीजा दो एल्डिहाइड मॉलिक्यूल्स दे विचों एक ने ऑक्सीडाइज हो जाना है ते एक ने रिड्यूस हो जाना है। बेटा आई एम रिपीटिंग वंस मोर, कैनिज़ेरो रिएक्शन इज वेरी very important for your exams. Next reaction in the miscellaneous category is action with Schiff's reagent. Schiff's reagent की हुंदा बेटा,
एक्चुअली एक सोल्यूशन होता है रोज़ैनिलिन हाइड्रोक्लोराइड। सो रोज़ैनिलिन हाइड्रोक्लोराइड ਦਾ ਐਕੁਅਸ ਸੋल्यूशन ਨਾ ਪਿੰਕ ਕਲਰ ਦਾ ਹੁੰਦਾ। ਇਹਦੇ ਪਿੰਕ ਕਲਰ ਨੂੰ ਆਪਾਂ SO2 ਪਾਸ ਕਰਕੇ ਡੀਕਲਰਾਈਜ਼ ਕਰ ਲੈਂਦੇ ਆ, ਉਹਨੂੰ ਆਪਾਂ ਕਹਿੰਦੇ ਆ ਸ਼ਿਫਸ ਰੀਏਜੈਂਟ। ਜਦੋਂ ਐਲਡੀਹਾਈਡ ਨੂੰ ਸ਼ਿਫਸ ਰੀਏਜੈਂਟ ਯਾਨੀ ਕਿ ਕਲਰਲੈਸ ਹੈ ਨਾ, ਜਦੋਂ ਐਲਡੀਹਾਈਡ ਨੂੰ ਸ਼ਿਫਸ ਰੀਏਜੈਂਟ ਨਾਲ ਰਿਐਕਟ ਕਰਾਉਂਦੇ ਆ ਨਾ ਤਾਂ ਪਿੰਕ ਕਲਰ ਜਿਹੜਾ ਹੈ ਉਹ ਰਿਸਟੋਰ ਹੋ ਜਾਂਦਾ, ਦੁਬਾਰਾ ਅਪੀਅਰ ਹੋ ਜਾਂਦਾ ਹੈ। ਇਹਨੂੰ ਸ਼ਿਫਸ ਟੈਸਟ ਵੀ ਕਹਿੰਦੇ ਆ ਔਰ ਇਹ ਟੈਸਟ ਐਲਡੀਹਾਈਡ ਦੀ ਪ੍ਰੈਜ਼ੈਂਸ ਨੂੰ ਟੈਸਟ ਕਰਨ ਲਈ ਵਰਤਿਆ ਜਾਂਦਾ ਹੈ ਕਿਉਂਕਿ ਕੀਟੋਨਸ ਡੂ ਨਾਟ ਗਿਵ ਦਿਸ ਟੈਸਟ। ਸੋ ਇਹਨੂੰ ਯਾਦ ਰੱਖਣਾ ਹੈ। ਸ਼ਿਫਸ ਰੀਏਜੈਂਟ ਕੀ ਹੈ? aqueous rosanilin hydrochloride decolorized by passing SO2 gas. Next are the substitution reactions of benzene nucleus in aldehydes and ketones. बेटे एक गल याद रखो, जो बेंजीन रिंग दे ऊपर CHO ग्रुप लग गया ना ਤਾਂ ਦਿਸ ਇਜ਼ ਮੈਟਾ ਡਾਇਰੈਕਟਿੰਗ। ਮੈਟਾ ਡਾਇਰੈਕਟਿੰਗ ਦਾ ਮਤਲਬ ਕੀ ਹੈ ਕਿ ਇਹਨੇ ਬੈਂਜ਼ੀਨ ਰਿੰਗ ਦੇ ਇਲੈਕਟ੍ਰੋਨਸ ਨੂੰ ਆਪਣੇ ਵੱਲ ਖਿੱਚ ਲੈਣਾ। ਜਦੋਂ ਆਪਣੇ ਵੱਲ ਖਿੱਚੇਗਾ ਤਾਂ ਆਰਥੋ ਔਰ ਪੈਰਾ ਪੋਜੀਸ਼ਨਸ ਤੇ ਪੋਜ਼ਿਟਿਵ ਚਾਰਜ ਆ ਜਾਏਗਾ। ਸੋ ਬੈਂਜ਼ੀਨ ਰਿੰਗ ਦੇ ਉੱਤੇ ਜੇ ਕਿਸੇ ਇਲੈਕਟ੍ਰੋਫਾਈਲ ਨੇ ਅਟੈਕ ਕਰਨਾ ਤਾਂ ਕੇਵਲ ਮੈਟਾ ਪੋਜੀਸ਼ਨਸ ਹੀ ਬਚੀਆਂ। ਜਿਵੇਂ ਹੁਣ Cl2 ਦਾ ਜਦੋਂ ਅਟੈਕ ਹੁੰਦਾ ਹੈ, ਹੈਲੋਜੀਨੇਸ਼ਨ ਆਪਾਂ ਇੱਥੇ ਪਹਿਲੀ ਰਿਐਕਸ਼ਨ ਕਰ ਰਹੇ ਹਾਂ, FeCl3 ਦੀ ਪ੍ਰੈਜ਼ੈਂਸ 'ਚ ਹੋਏਗੀ। ਸੋ ਇੱਥੇ ਮੈਟਾ ਪੋਜੀਸ਼ਨ ਤੇ ਕਲੋਰੋ ਗਰੁੱਪ ਆ ਕੇ ਅਟੈਚ ਹੋ ਜਾਏਗਾ ਬੈਂਜ਼ੈਲਡੀਹਾਈਡ ਦੇ ਵਿੱਚ ਤੇ ਐਸੀਟੋਫਿਨੋਨ ਦੇ ਵਿੱਚ। ਇਸੇ ਤਰੀਕੇ ਨਾਲ ਆਪਾਂ ਨਾਈਟ੍ਰੇਸ਼ਨ ਰਿਐਕਸ਼ਨ ਦੇਖਦੇ ਹਾਂ ਕਿ ਬੈਂਜ਼ੈਲਡੀਹਾਈਡ ਨੇ ਨਾਈਟ੍ਰੋ ਗਰੁੱਪ ਨੂੰ ਮੈਟਾ ਪੋਜੀਸ਼ਨ ਤੇ ਡਾਇਰੈਕਟ ਕਰਤਾ ਜਦੋਂ ਬੈਂਜ਼ੈਲਡੀਹਾਈਡ ਕੰਸਨਟ੍ਰੇਟਡ HNO3 ਐਂਡ ਕੰਸਨਟ੍ਰੇਟਡ ਸਲਫਿਊਰਿਕ ਐਸਿਡ ਦੇ ਮਿਕਸਚਰ ਨੂੰ ਐਕਸਪੋਜ਼ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਐਸੀਟੋਫਿਨੋਨ ਦੇ ਕੇਸ ਵਿੱਚ ਵੀ ਮੈਟਾ ਪੋਜੀਸ਼ਨ ਤੇ ਨਾਈਟ੍ਰੋ ਗਰੁੱਪ ਅਟੈਚ ਹੋ ਜਾਏਗਾ। ਫਾਈਨ। ਲਾਸਟ ਦੇ ਵਿੱਚ ਅਸੀਂ ਦੇਖਦੇ ਹਾਂ ਸਲਫੋਨੇਸ਼ਨ ਰਿਐਕਸ਼ਨ। ਇਹਦੇ ਵਿੱਚ ਬੈਂਜ਼ੈਲਡੀਹਾਈਡ ਦੀ ਮੈਟਾ ਪੋਜੀਸ਼ਨ ਤੇ SO3H ਗਰੁੱਪ ਆ ਕੇ ਅਟੈਚ ਹੋ ਜਾਏਗਾ। ਸਿਮਿਲਰਲੀ ਇਨ ਐਸੀਟੋਫਿਨੋਨ। ਹੁਣ ਬੇਟੇ ਜਦੋਂ ਆਪਾਂ ਸਾਰੀਆਂ ਰਿਐਕਸ਼ਨਸ ਕੈਮੀਕਲ ਪ੍ਰੋਪਰਟੀਜ਼ ਕਰ ਚੁੱਕੇ ਹਾਂ ਨਾ, ਲਾਸਟ 'ਚ ਬਹੁਤ ਹੀ ਇੰਪੋਰਟੈਂਟ ਚੀਜ਼ ਆਉਂਦੀ ਹੈ ਜਿਹਦੇ ਤੇ ਬੇਸਡ ਤੁਹਾਨੂੰ ਮੈਕਸਿਮਮ ਕੁਐਸਚਨਸ ਪੁੱਛੇ ਜਾਣਗੇ। ਦੈਟ ਇਜ਼ ਡਿਸਟਿੰਕਸ਼ਨ ਬਿਟਵੀਨ ਐਲਡੀਹਾਈਡਸ ਐਂਡ ਕੀਟੋਨਸ। ਸੋ ਲੈਟ ਅਸ ਸਮ ਅਪ ਨਾਓ। ਸੋ ਜਦੋਂ ਆਪਣੇ ਕੋਲੇ ਐਲਡੀਹਾਈਡ ਔਰ ਕੀਟੋਨ ਤੇ ਸਵਾਲ ਪੁੱਛਿਆ ਜਾਣਾ ਹੈ ਨਾ ਤਾਂ ਆਪਾਂ ਨੂੰ ਕੈਮੀਕਲ ਟੈਸਟ ਦੀ ਮਦਦ ਦੇ ਨਾਲ ਆਨਸਰ ਸਪੋਰਟ ਕਰਨਾ ਪੈਣਾ ਹੈ। ਜਿਵੇਂ ਹੁਣ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਕਿਸੇ ਐਲਡੀਹਾਈਡ ਔਰ ਕੀਟੋਨ ਦੇ ਵਿਚਕਾਰ ਤੁਸੀਂ ਕਿਹੜੇ ਟੈਸਟ ਨਾਲ ਡਿਸਟਿੰਗੁਇਸ਼ ਕਰੋਗੇ। ਤੁਸੀਂ ਐਗਜ਼ਾਮਪਲ ਕੱਲੀ ਦੇਣੀ ਹੈ ਵੀ ਹਾਂਜੀ ਅਸੀਂ ਟੋਲਰੈਂਸ ਰੀਏਜੈਂਟ ਟੈਸਟ ਕਰਾਂਗੇ ਤੇ ਐਲਡੀਹਾਈਡ ਜਿਹੜਾ ਉਹ ਸਿਲਵਰ ਮਿਰਰ ਬਣਾਏਗਾ ਪਰ ਕੀਟੋਨ ਦੇ ਵਿੱਚ ਕੋਈ ਵੀ ਸਿਲਵਰ ਮਿਰਰ ਨਹੀਂ ਬਣਦਾ। ਫੈਲਿੰਗ ਰੀਏਜੈਂਟ ਦੇ ਨਾਲ ਐਲਡੀਹਾਈਡ ਰੈੱਡ ਪ੍ਰੈਸਿਪਟੇਟ CU2O ਦੇ ਦਿੰਦੇ ਹੈ ਬਟ ਕੀਟੋਨਸ ਦੇ ਕੇਸ ਦੇ ਵਿੱਚ ਇਹ ਕੋਈ ਪ੍ਰੈਸਿਪਟੇਟ ਰੈਡਿਸ਼ ਬਰਾਊਨ ਕਲਰ ਦਾ ਅਪੀਅਰ ਨਹੀਂ ਹੁੰਦਾ। ਫੈਲਿੰਗ ਸੋਲਿਊਸ਼ਨ ਦਾ ਬੇਟੇ ਆਪਾਂ ਇੱਕ ਹੋਰ ਇਸਤੇਮਾਲ ਕੀਤਾ ਸੀਗਾ ਕਿ ਇਹ ਜੇ ਆਪਾਂ ਕਿਸੇ ਐਰੋਮੈਟਿਕ ਔਰ ਐਲੀਫੈਟਿਕ ਐਲਡੀਹਾਈਡ ਦੇ ਵਿੱਚ ਡਿਸਟਿੰਗੁਇਸ਼ ਕਰਨਾ ਹੈ ਤਾਂ ਵੀ ਇਹ ਕਰ ਸਕਦਾ। ਜਿੱਥੇ ਅਸੀਂ ਕਿਹਾ ਸੀ ਕਿ ਕੇਵਲ ਐਲੀਫੈਟਿਕ ਐਲਡੀਹਾਈਡ ਜਿਹੜੇ ਹੈ ਨਾ ਉਹ ਇਹ ਟੈਸਟ ਦੇਣਗੇ। ਐਰੋਮੈਟਿਕ ਐਲਡੀਹਾਈਡਸ ਦੇ ਕੈਨ ਨਾਟ ਗਿਵ ਫੈਲਿੰਗ ਸੋਲਿਊਸ਼ਨ ਟੈਸਟ। ਇਸ ਦੇ ਬਾਅਦ ਆਪਾਂ ਜੇ ਗੱਲ ਕਰਦੇ ਹਾਂ ਨਾ ਸ਼ਿਫਸ ਰੀਏਜੈਂਟ ਦੀ, ਤਾਂ ਸ਼ਿਫਸ ਰੀਏਜੈਂਟ ਦੇ ਨਾਲ ਕੇਵਲ ਐਲਡੀਹਾਈਡ ਪਿੰਕ ਕਲਰ ਰਿਸਟੋਰ ਕਰਦੇ ਹੈ, ਕੀਟੋਨਸ ਕੋਈ ਕਲਰ ਰਿਸਟੋਰ ਨਹੀਂ ਕਰ ਪਾਉਂਦੇ। ਜਦੋਂ ਆਪਾਂ ਐਲਡੀਹਾਈਡਸ ਦੀ ਰਿਡਕਸ਼ਨ ਕਰਦੇ ਹਾਂ ਤਾਂ ਆਪਣੇ ਕੋਲੇ ਪ੍ਰਾਇਮਰੀ ਅਲਕੋਹਲ ਆਉਂਦੇ ਆ ਪਰ ਜੇ ਆਪਾਂ ਕੀਟੋਨ ਦੀ ਰਿਡਕਸ਼ਨ ਕਰਾਂਗੇ ਤਾਂ ਆਪਣੇ ਕੋਲੇ ਸੈਕੰਡਰੀ ਅਲਕੋਹਲ ਆਏਗਾ। ਤੇ ਜੇ ਆਪਾਂ ਅਲਕੋਹਲਸ ਨੂੰ ਇਨ ਪ੍ਰੈਜ਼ੈਂਸ ਆਫ HCl ਐਲਡੀਹਾਈਡ ਨਾਲ ਟ੍ਰੀਟ ਕਰਦੇ ਆ ਤਾਂ ਐਸੀਟਲ ਬਣ ਜਾਂਦਾ ਹੈ ਸੌਖੇ, ਔਰ ਕੀਟੋਨਸ ਦੇ ਕੇਸ ਦੇ ਵਿੱਚ ਕੀਟਲ ਜਿਹੜੇ ਆ ਉਹ ਇੰਨੇ ਸੌਖੇ ਨਹੀਂ ਬਣਦੇ। ਸੋ ਥੀਸ ਆਰ ਦੀ chemical test which can help us to distinguish between aldehydes and ketones। बेटे इस ते based एक separate video भी है जिन विच practically ये test करके दिखाए गए हैं। So do watch that video। Notes तुसी बेटा Telegram channel चो लाई सकते हो। So thanks for watching।